ਆਪਾਂ ਟੌਪਿਕ ਕਰ ਰਹੇ ਸੀਗੇ। ਨੈਕਸਟ ਟੌਪਿਕ ਵੀ ਐਂਗੂਲਰ ਮੋਮੈਂਟਮ ਦਾ ਹੀ ਆ। ਕੱਲ ਵਾਲੇ ਚ ਆਪਾਂ ਦੋ ਟੌਪਿਕ ਕਵਰ ਕੀਤੇ ਸੀ, ਕਨਸੈਪਟ ਆਫ ਐਂਗੂਲਰ ਮੋਮੈਂਟਮ, ਇੱਕ ਉਹਦੇ ਚ ਆ ਗਿਆ ਸੀ ਉਹਦਾ ਐਸਐਚ ਕਹਿੰਦਾ ਜੀ ਸੌਰੀ ਉਹਦਾ मीनिंग डिफाइन करना सी ਆਪਾਂ। ਸੈਕਿੰਡ ਉਹਦਾ ਪੋਲਰ ਕੋਆਰਡੀਨੇਟ ਦੇ ਅੰਦਰ ਉਹਦਾ ਐਕਸਪ੍ਰੈਸ਼ਨ ਸੀਗਾ। ਲਾਸਟ ਕੁਝ ਵਰਡ ਉੱਥੋਂ ਹੀ ਲੈ ਕੇ ਗੱਲ ਕੰਟੀਨਿਊ ਕਰਨ ਲੱਗਿਆ, ਫਿਰ ਆਪਾਂ ਨੈਕਸਟ ਟੌਪਿਕ ਸ਼ੁਰੂ ਕਰਾਂਗੇ। ਐਂਗੂਲਰ ਮੋਮੈਂਟਮ ਦਾ ਲਾਸਟ ਰਿਜ਼ਲਟ ਸਾਡੇ ਕੋਲ ਐਸਐਚ ਆ ਸੀਗਾ ਕਿ we know that angular momentum equal to r vector cross p vector या angular momentum equal to rp sin phi या angular momentum equal to linear momentum into perpendicular distance from axis of rotation। ठीक है, आ अपने को तीन फॉर्म च ਆਪਾਂ एंगुलर मोमेंटम ਦੀ ਟਰਮ ਨੂੰ ਡਿਫਾਈਨ ਕੀਤਾ ਸੀਗਾ। ਆ ਤਿੰਨ ਫਾਰਮ ਦੇ ਅੰਦਰ ਆਪਾਂ ਐਂਗੂਲਰ ਮੋਮੈਂਟਮ ਦੀ ਲਾਸਟ ਟਰਮ ਜਿਹੜੀ ਡਿਫਾਈਨ ਕੀਤੀ ਹੋਈ ਹੈ। क्या ਇਹ ਐਕਸਪ੍ਰੈਸ਼ਨ ਜਿਹੜੇ ਸੀਗੇ ਇਹ ਕਲੀਅਰ ਆ ਸਾਰਿਆਂ ਨੂੰ ਬੇਟਾ? यस सर। यस सर। ਚਲ ਇਸੇ ਟੌਪਿਕ ਨਾਲ ਕੰਟੀਨਿਊ ਕਰਕੇ ਨੈਕਸਟ ਟੌਪਿਕ ਜਿਹੜਾ ਹੈਗਾ ਉਹਨੂੰ ਅਸੀਂ ਡਿਫਾਈਨ ਕਰਦੇ ਹਾਂ। ਦੈਟਸ ਕਾਲਡ ਐਜ਼ ਅ ਜਿਓਮੈਟ੍ਰੀਕਲ मीनिंग ऑफ एंगुलर मोमेंटम। ठीक है, नेक्स्ट डेरिवेशन ਜਿਹੜੀ ਬਣਨੀ ਆ ਉਹ ਆਪਣੇ ਕੋਲ ਹੈਗੀ ਜਿਓਮੈਟ੍ਰੀਕਲ मीनिंग ऑफ एंगुलर मोमेंटम। ਤੇ ਬੇਟਾ ਜਿਓਮੈਟ੍ਰੀਕਲ मीनिंग ऑफ एंगुलर मोमेंटम ਵਾਲੇ ਟੌਪਿਕ ਦੇ ਅੰਦਰ ਮੇਨ ਜਿਹੜਾ ਆਪਣੇ ਕੋਲ ਆਣਾ ਇਹਦਾ ਇੱਕ ਕੁਐਸਚਨ ਬਣਾ ਕੇ ਡਿਫਾਈਨ ਕਰਨ ਲੱਗਿਆ। ਠੀਕ ਹੈ, ਪੇਪਰ 'ਚ ਉਹ ਕੁਐਸਚਨ ਫਾਰਮ 'ਚ ਜ਼ਿਆਦਾ ਪੁੱਛਿਆ ਜਾਏਗਾ ਤੁਹਾਡੇ ਕੋਲ कि prove that angular momentum is numerically equal to twice the product of mass and aerial velocity। Angular momentum is numerically equal to twice the product of mass of the particle and its aerial velocity। और इस टर्म ਨੂੰ ਜਿਹੜਾ ਆਪਾਂ ਇਹਦਾ ਐਕਸਪ੍ਰੈਸ਼ਨ ਡਰਾਈਵ ਕਰਨ ਲੱਗੇ, ਜਿਹੜਾ ਫਾਰਮੂਲਾ ਸੈਂਟੈਂਸ ਬੋਲਦਾ ਪਿਆ, ਠੀਕ ਹੈ, ਇਹਦਾ ਇਹੀ ਰਿਲੇਸ਼ਨ ਅਸੀਂ ਯੂਜ਼ ਕਰਕੇ ग्रेविटेशन वाले चैप्टर च पढ़िया भी सी थोड़ा जिहा, ਉਹਨੂੰ ਐਸੇ ਦੁਬਾਰਾ ਦੱਸਣ ਲੱਗਿਆ। ਕੈਪਲਰ ਦਾ ਸੈਕੰਡ ਲਾ, ਕੈਪਲਰ ਦੇ ਤਿੰਨ ਲਾ ਦੱਸੇ ਸੀ ਔਰ ਮੈਂ ਕਿਹਾ ਸੀ ਉਹ ਸਿਲੇਬਸ ਚੋਂ ਬੇਸ਼ੱਕ ਡਿਲੀਟ ਆ ਪਰ ਆਪਾਂ ਨੂੰ ਕੀਤਾ ਸੀ ਥੋੜਾ ਜਿਹਾ। ਕੈਪਲਰ ਦੇ ਸੈਕੰਡ ਲਾ ਦੀ ਡੈਰੀਵੇਸ਼ਨ ਜਿਹੜੀ ਹੈਗੀ ਆ ਹਨਾ, ਉਹਨੂੰ ਅਸੀਂ ਪ੍ਰੂਫ ਜਿਹੜਾ ਵਾ ਉਹ ਇਸ ਜਿਓਮੈਟ੍ਰੀਕਲ मीनिंग ਵਾਲੇ ਟੌਪਿਕ ਤੋਂ ਕਰਦੇ ਆ। ਮਤਲਬ ਜਿਹੜਾ ਇਸ ਟੌਪਿਕ ਦਾ ਰਿਜ਼ਲਟ ਆ ਉਹਨੂੰ ਬੇਸ ਬਣਾ ਕੇ ਕੈਪਲਰ ਨੇ ਕੈਪਲਰ ਦੇ ਸੈਕੰਡ ਲਾ ਦੀ ਮੈਥਮੈਟੀਕਲ ਡੈਰੀਵੇਸ਼ਨ ਕੀਤੀ ਹੋਈ ਹੈ ਬੇਟਾ, ਜਿਸ ਅਸੀਂ ਇਹ ਕਿਹਾ ਸੀਗਾ every planet when revolve around the sun they it always cover equal area in equal interval of time। यानी aerial velocity of the planet always remain constant कि ਜਦੋਂ planet ਆਪਣੇ ਕੋਲ मूव करदा, ठीक है, ਜਦੋਂ planet मूव ਕਰਦੇ around the sun ਤੁਸੀਂ डिफाइन ਕਰਦੇ कि planet always cover equal area in equal interval of time। ਤੇ area by time ਨੂੰ ਅਸੀਂ aerial velocity ਕਹਿੰਦੇ ਹਾਂ। ਤੇ ਉਹ ਰਿਜ਼ਲਟ ਨੂੰ ਪ੍ਰੂਵ ਕਰਨ ਲਈ ਯਾਨੀ ਕੈਪਲਰ ਸੈਕੰਡ ਲਾ ਨੂੰ ਅਸੀਂ ਬੇਸ ਉਹਦਾ ਆ ਟੌਪਿਕ ਤੋਂ ਬਣਾ ਕੇ ਚੱਲਦੇ ਹਾਂ। ਕੀ ਗੱਲ ਸਮਝ ਆਈ ਜੋ ਦੱਸਦਾ ਪਿਆ? यस सर। यस। ਚਲ ਹੁਣ ਇਸ ਟੌਪਿਕ ਦੇ ਅੰਦਰ ਅਸੀਂ ਪ੍ਰੂਵ ਕੀ ਕਰਨਾ, ਜੋ ਐਸਾ ਜਿਓਮੈਟ੍ਰੀਕਲ मीनिंग ਆ ਇਹਦੇ ਵਿੱਚ ਆਪਾਂ ਕੈਲਕੂਲੇਟ ਕਰਨਾ कि भी इनु जे क्वेश्चन फॉर्म च दूजे वे ना चला ते टू प्रूव आप जो प्रूव करने लगे वो चार रिजल्ट होएगा। एंगुलर मोमेंटम इज इक्वल टू ट्वाइस द प्रोडक्ट ऑफ मास एंड एरियल वेलोसिटी। एरियल वेलोसिटी क्या जाएगा? एरिया कवर पर यूनिट टाइम, क्योंकि हम मैग्नीट्यूड लिख रहे हैं इसलिए एरियल वेलोसिटी अपने आप च जे वेक्टर क्वांटिटी है ओदा मैग्नीट्यूड स्पेसिफाई करने से इनु मॉडुलस साइन नाल लिख रहे हैं, अदरवाइज सिंपल dA/dt इनु डिफाइन करांगे। यानी आ रिजल्ट हो गया जी प्रूव करो, ठीक है। और इनु रिजल्ट नु ऐसा जैसे ड्राइव हुन करना कितों आ ओदे लिए स्टार्ट इथों कर रहे हैं कि लेट अस कंसीडर अ पार्टिकल इज रोटेटिंग इन xy प्लेन। ठीक है, ਤੁਸੀਂ डिफाइन है करन लगे ਤੁਹਾਡੇ ਕੋਲ ਕੋਈ ਬੋਡੀ ਆ ਜਿਹੜੀ xy प्लेन ਚ रोटेट ਕਰਦੀ ਪਈ ਆ, ठीक है। आवाज क्लियर आ रही बेटा? यस यस सर। यस सर। बोर्ड क्लियर है? बोर्ड क्लियर विजिबल है? यस सर। यस सर। ओके,
हर्षिता तू बेटा थोड़ी जी अपनी लोकेशन किते चेंज करके देख पुत, बाकियां नूं सारिआं नूं क्लीयर हैगा, ठीक है। सो आ रिजल्ट ਨੂੰ ਪ੍ਰੂਵ ਕਰਨੀ ਸ਼ੁਰੂ ਇਹ ਕਰਨ ਲੱਗੇ ਕਿ ਵੀ ਆਪਣੇ ਕੋਲ ਇੱਕ xy ਪਲੇਨ ਲੈ ਰਹੇ ਆ, xy ਪਲੇਨ ਦੇ ਅੰਦਰ ਓਕੇ ਬੇਟਾ xy ਪਲੇਨ ਦੇ ਅੰਦਰ ਤੁਹਾਡਾ ਪਾਰਟੀਕਲ ਜਿਹੜਾ ਰੋਟੇਟ ਕਰਦਾ ਪਿਆ ਅਬਾਊਟ ਦਾ z ਐਕਸਿਸ, ਯਾਨੀ ਆ z ਐਕਸਿਸ ਜਿਹੜਾ ਵਾ ਇਹ ਮੇਰਾ ਐਕਸਿਸ ਆਫ ਰੋਟੇਸ਼ਨ ਆ ਤੇ ਬਾਡੀ ਮੇਰੀ xy ਪਲੇਨ ਚ ਰੋਟੇਟ ਕਰਦੀ ਪਈ। ਕਿਸੇ ਵੀ ਇਨਸਟੈਂਟ ਤੇ ਅਸੀਂ ਸ਼ੋ ਆਫ ਇਹ ਕਰਨ ਲੱਗੇ ਲੈਟ ਐਟ ਐਨੀ ਇਨਸਟੈਂਟ ਤੁਹਾਡਾ ਪਾਰਟੀਕਲ ਕੋਈ, ठीक है, इस इंस्टेंट पे आ ए पॉइंट उत्ते पे आ, ठीक है। लेट मी से कि पार्टिकल दा पोजीशन वेक्टर जेड़ा r हैगा दैट शोस कि पार्टिकल इज लोकेटेड समवेयर एट द पॉइंट a, पार्टिकल मेरे को a पॉइंट ते लोकेटेड आ और ਅਸੀਂ बॉडी ਦੇ ਉੱਤੇ फोर्स लगा के, ठीक है, पार्टिकल ਨੂੰ ਇਹਦੀ ਥਾਂ ਤੋਂ ਡਿਸਪਲੇਸ ਕੀਤਾ और पार्टिकल ਜਦੋਂ ਆਪਣੀ ਪੋਜੀਸ਼ਨ ਤੋਂ ਡਿਸਪਲੇਸ ਹੋਇਆ ਤੇ ਲੈਟ ਮੀ ਸੇ ਕਿ ਵੀ ਪਾਰਟੀਕਲ ਆ ਨਵੀਂ ਪੋਜੀਸ਼ਨ b ਦੇ ਉੱਤੇ ਸ਼ਿਫਟ ਹੋ ਗਿਆ ਤੇ ਜਿਹੜੀ b ਪੋਜੀਸ਼ਨ ਹੈਗੀ ਆ ਜੇ ਮੈਂ ਇਹਨੂੰ ਐਸ ਸੱਚ origin ਤੋਂ ਡਿਫਾਈਨ ਕਰਨਾ ਤੇ ਇਹਦੇ ਲਈ ਇੱਕ ਨਵਾਂ ਮੇਰੇ ਕੋਲ ਜਿਹੜਾ ਐਸ ਸੱਚ ਆਪਾਂ ਵੈਕਟਰ ਡਰਾ ਕਰ ਲਾਂਗੇ, ਸੈਕੰਡ ਪੋਜੀਸ਼ਨ ਵੈਕਟਰ ਲੈ ਰਹੇ ਆ। ਆ ਵੈਕਟਰ ਪੋਜੀਸ਼ਨ ਵੈਕਟਰ ਨੂੰ ਸ਼ੋ ਆਫ ਕਰਦਾ ਪਿਆ, OA ਵੈਕਟਰ ਨੂੰ ਜਿਹੜਾ r ਵੈਕਟਰ ਸ਼ੋ ਕਰ ਰਿਹਾ ਪੋਜੀਸ਼ਨ ਵੈਕਟਰ ਆ ਗਿਆ। a ਤੋਂ b ਪਾਰਟੀਕਲ ਦੀ ਡਿਸਪਲੇਸਮੈਂਟ ਹੋਈ ਆ ਤੇ ਇਸ ਨੂੰ ਅਸੀਂ ਲਿਖਣਾ ਹੋਵੇ ਤੇ ਇਸ ਨੂੰ ਅਸੀਂ ਡਿਫਾਈਨ ਕਰ ਦਿੰਨੇ ਇਹ dr ਵੈਕਟਰ ਆ, ठीक है। ਤੇ ਆ ਦੋ ਵੈਕਟਰ ਮੇਰੇ ਇਸ ਪੁਆਇੰਟ ਤੇ ਜੇ ਹੈਡ ਟੂ ਟੇਲ ਜੁੜਦੇ ਪਏ ਆ ਤੇ ਇਹਦਾ ਮਤਲਬ OB ਵੈਕਟਰ ਮੇਰੇ ਕੋਲ ਜਿਹੜਾ ਵਾ ਇਹਨਾਂ ਦਾ ਦੋਨਾਂ ਦਾ ਰਿਜ਼ਲਟੈਂਟ ਵੈਕਟਰ ਆ, ਇਹਨੂੰ ਅਸੀਂ ਨਾਮ r ਵੈਕਟਰ ਪਲੱਸ dr ਵੈਕਟਰ ਲਿਖਦੇ ਪਏ ਤੇ ਬੇਸ਼ੱਕ ਇਦਾਂ ਕਹਿ ਦੋ ਕਿ ਵੀ r1 ਵੈਕਟਰ ਦੀ ਵੈਲਿਊ r ਹੈਗੀ ਔਰ r2 ਵੈਕਟਰ ਦੀ ਵੈਲਿਊ r ਵੈਕਟਰ ਪਲੱਸ dr ਹੈਗੀ। ਕੀ ਗੱਲ ਸਮਝ ਲੱਗੀ? Yes, sir. Yes, sir. ਇਹਦਾ ਮਤਲਬ ਇਸ ਇਨਸਟੈਂਟ ਤੇ Sir, ਹਾਂਜੀ ਬੇਟੇ sir, X, Y, Z उनके एक्सिस ਉਹ ਤੇ x y z ਤਿੰਨ ਐਕਸਿਸ ਹੋ ਗਏ ਨਾ। ਮੈਂ ਆ ਕਹਿ ਰਿਹਾ ਜਿੱਦਾਂ ਨੂੰ ਮੰਨ ਲਓ ਕਿ ਵੀ ਮੇਰੀ ਇੱਕ ਬਾਡੀ ਜਿਹੜੀ ਆ ਮੇਰੇ ਹੱਥ ਤੇ ਬਾਡੀ ਰੋਟੇਟ ਕਰਦੀ ਆ ਉਹਦੀ ਇਨੀਸ਼ੀਅਲ ਪੋਜੀਸ਼ਨ ਆ ਜਿੱਥੇ ਇਹਦਾ ਬੈਕ ਸਾਈਡ ਦਿਖਾ ਰਿਹਾ ਇਹ origin ਹੋ ਗਿਆ, ਪਾਰਟੀਕਲ ਇੱਥੇ ਪਿਆ, ਤੁਸੀਂ ਬਾਡੀ ਤੇ ਫੋਰਸ ਲਗਾਈ, ਬਾਡੀ ਮੇਰੀ ਇਸ ਪੋਜੀਸ਼ਨ ਤੋਂ ਰੋਟੇਟ ਕਰਕੇ ਇੱਥੇ ਚਲੇਗੀ, ਠੀਕ ਹੈ। ਇਹਦਾ ਮਤਲਬ ਹੋ ਗਿਆ ਉਹਦੀ ਆਪਣੀ ਥਾਂ ਤੋਂ ਡਿਸਪਲੇਸਮੈਂਟ ਹੋਈ ਤੇ ਜਦੋਂ ਬਾਡੀ ਰੋਟੇਟ ਕਰੇਗੀ, ਜਦੋਂ ਬਾਡੀ ਇਸ xy ਪਲੇਨ 'ਚ ਰੋਟੇਟ ਕਰਦੀ ਪਈ ਆ ਤੇ ਆ ਇਹਦਾ ਐਕਸਿਸ ਆਫ ਰੋਟੇਸ਼ਨ ਹੋਏਗਾ, ਇਹਦੇ ਅਬਾਊਟ ਮੇਰੀ ਬਾਡੀ ਰੋਟੇਟ ਕਰੂਗੀ। Yes, sir. ਸਮੀਖਿਆ ਗੱਲ ਸਮਝ ਲੱਗੀ ਬੇਟਾ ਜੋ ਬੋਲ ਰਿਹਾ? ਸਮੀਖਿਆ ਜੋ ਪੁੱਛ ਰਹੇ ਹੋ ਕਲੀਅਰ ਹੋ ਰਿਹਾ ਬੇਟਾ? ਚਲ ਸੋ ਉਹਨੇ ਮੈਨੂੰ ਡਿਫਾਈਨ ਹੈ ਕੀਤਾ ਕਿ ਵੀ ਬਾਡੀ ਤੁਹਾਡੀ xy ਪਲੇਨ 'ਚ ਰੋਟੇਟ ਕਰਦੀ ਪਈ ਆ ਔਰ xy ਪਲੇਨ 'ਚ ਜਦੋਂ ਬਾਡੀ ਨੇ ਰੋਟੇਟ ਕਰਨਾ ਤੇ ਇਥੋਂ ਉਹਦਾ ਐਕਸਿਸ ਆਫ ਰੋਟੇਸ਼ਨ ਪਾਸ ਕਰਦਾ ਪਿਆ, ਬਾਡੀ ਐਂਟੀ ਕਲੌਕਵਾਈਜ਼ ਘੁੰਮਦੀ ਪਈ ਔਰ ਇਸ ਐਕਸਿਸ ਆਫ ਰੋਟੇਸ਼ਨ ਦੇ ਅਬਾਊਟ ਘੁੰਮਦੀ ਆ ਤੇ ਉਹ ਕਹਿੰਦਾ ਜਦੋਂ ਪਾਰਟੀਕਲ A ਤੋਂ B ਪੋਜੀਸ਼ਨ ਸ਼ਿਫਟ ਕਰੇਗਾ ਅਸੀਂ ਕਹਿੰਦੇ ਜੀ ਉਹਨੇ ਸਮਾਲ ਡਿਸਪਲੇਸਮੈਂਟ ਜਦੋਂ ਕਵਰ ਕੀਤੀ ਤੇ ਸਮ ਕਹਿੰਦਾ ਜੀ ਏਰੀਆ ਵਿਲ ਬੀ ਕਵਰਡ ਬਾਈ ਦਾ ਪਾਰਟੀਕਲ। ਇਹਦਾ ਮਤਲਬ ਇਹ ਹੋ ਗਿਆ ਪਾਰਟੀਕਲ ਨੇ ਆ ਇੰਨਾ ਏਰੀਆ ਟ੍ਰੇਸ ਕੀਤਾ, ਪਾਰਟੀਕਲ ਨੇ ਇੰਨਾ ਏਰੀਆ ਕਵਰ ਕੀਤਾ, ठीक है, while displacing from A position to B position। समझ आया? Yes, sir. Yes, sir. Yes, sir. A to B अपनी डिस्प्लेसमेंट शो ऑफ की ते A B डिस्प्लेसमेंट करते करते पार्टिकल ने O A B दे बराबर अपना एरिया कवर किया ते ਅਸੀਂ प्रूव की करना एरिया कवर्ड पर यूनिट टाइम व्हेन मल्टीप्लाइड बाय ट्वाइस कहता जी ट्वाइस एंड द कहता जी मास ऑफ द पार्टिकल है ना ਤੇ ਉਸ ਇਨਸਟੈਂਟ ਤੇ ਹੋਲ ਆਫ ਦਾ ਟਰਮ ਇਟ ਸ਼ੁੱਡ ਬੀ ਇਕੁਅਲ ਟੂ ਐਂਗੂਲਰ ਮੋਮੈਂਟਮ। ਤੇ ਆਪਾਂ ਇਥੋਂ ਸ਼ੁਰੂ ਇਹ ਕਰਦੇ ਪਏ ਕਿ ਵੀ ਏਰੀਆ ਕਵਰੇਜ ਕੱਢੀਏ ਪਾਰਟੀਕਲ ਦੀ ਕਿੰਨੀ ਹੈ ਤੇ ਏਰੀਆ ਕਵਰ ਕਰਕੇ ਉਹਨੂੰ ਅਸੀਂ ਐਸ ਸੱਚ ਐਂਗੂਲਰ ਮੋਮੈਂਟਮ ਤੱਕ ਲੈ ਕੇ ਜਾਣਾ। ਗੱਲ ਸਮਝ ਲੱਗ ਰਹੀ ਆ? Yes, sir. ਚਲ ਹੁਣ ਇਸੇ ਚੀਜ਼ ਨੂੰ ਆਪਾਂ ਕੈਲਕੂਲੇਟ ਕਰਨ ਲਈ ਇਹਦੇ ਅੰਦਰ ਆ ਡਿਫਾਈਨ ਕਰਨ ਲੱਗੇ ਇਨ ट्रायंगल OAB, ठीक है। जे मैं इस ट्रायंगल के अंदर एसएच ट्रायंगल लॉ लगा के आ दो नोन साइड मानते हुए आ साइड की वैल्यू लिखनी हो जिन्हों सीधा dr लिख दिता। जे ट्रायंगल लॉ ना कढनी अपन इदा लिख देंगे OA वेक्टर प्लस AB वेक्टर इक्वल टू OB वेक्टर
ਤੇ AB ਵੈਕਟਰ ਦੀ ਵੈਲਿਊ ਜੇ ਮੈਂ ਡਿਫਾਈਨ ਕਰਾਂ ਤਾਂ that become to the OB ਵੈਕਟਰ minus OA ਵੈਕਟਰ ਤੇ therefore AB ਵੈਕਟਰ ਦੀ ਵੈਲਿਊ ਮੇਰੇ ਕੋਲ ਆ ਜਾਏਗੀ R ਵੈਕਟਰ plus DR ਵੈਕਟਰ minus R ਵੈਕਟਰ ਤੇ R ਵੈਕਟਰ ਇਹਦੇ ਚੋਂ ਕੈਂਸਲ ਆਊਟ ਹੋ ਕੇ AB ਵੈਕਟਰ ਦੀ ਵੈਲਿਊ ਨੂੰ ਅਸੀਂ ਡਿਸਪਲੇਸਮੈਂਟ ਵੈਕਟਰ DR ਲਿਖਦੇ ਪਏ ਆ ਕਲੀਅਰ ਆ Yes, sir. Yes, sir. ਹੁਣ ਇਸੇ ਚੀਜ਼ ਨੂੰ ਏਰੀਆ ਨੂੰ ਕਵਰ ਕਰਨੀ ਆਪਾਂ ਇੱਥੇ ਡਿਫਾਈਨ ਕਰ ਲਈਏ ਕਿ ਵੀ ਇਸ O ਪੁਆਇੰਟ ਤੋਂ ਤੁਸੀਂ ਐਸਾ ਇੱਕ ਕਹਿ ਲਓ ਕਿ ਸਾਈਡ ਡਰਾ ਕਰਦੇ ਪਏ ਹੋ ਔਰ ਜਿਹੜੀ ਸਾਈਡ ਡਰਾ ਕਰਦਾ AB ਦੇ ਪੈਰਲਲ ਡਰਾ ਕਰਦਾ ਪਿਆ ਤੇ ਮੁੜ ਕੇ ਇਹਨੂੰ ਇਸ ਸਾਈਡ ਨੂੰ ਆ ਜਿਹੜੀ ਡਰਾ ਕਰਾਂਗੇ ਇਹਨੂੰ ਇਸ ਮੂਵਮੈਂਟ ਤੇ ਇੱਥੇ ਆ ਲਾਈਨਾਂ ਜੇ ਮੈਂ ਜੁਆਇਨ ਕਰਾਂ ਤੇ ਮੇਰਾ ਇੱਕ ਪੈਰਲੋਗ੍ਰਾਮ ਕੰਪਲੀਟ ਹੋ ਜਾਊ Yes, sir. Yes, sir. ਜਿਹੜਾ ਏਰੀਆ ਆਫ ਟ੍ਰਾਇੰਗਲ ਸਾਡਾ ਬਣਦਾ ਪਿਆ that is half the area of parallelogram ਆਜੂ Yes, sir. Yes, sir. ਤੇ ਹੁਣ ਆਪਾਂ ਇੱਥੇ ਗੱਲ ਕਰੀਏ ਆਪਾਂ ਕੈਲਕੂਲੇਟ ਬਾਰ-ਬਾਰ ਕਰ ਰਹੇ ਹਾਂ ਸਟਾਰਟਿੰਗ ਆਫ ਦਾ ਆਰਟੀਕਲ ਆਹੀ ਮੇਨ ਪੁਆਇੰਟ ਆ ਕਿ ਵੀ ਏਰੀਆ ਤੋਂ ਆਪਾਂ ਇਹਨੂੰ ਬਣਾਉਣਾ ਟਰਮ ਉਹਦੇ ਲਈ ਆ ਜਿਹੜੀ ਸਾਈਡ ਡਰਾ ਕਰਦੇ ਪਏ ਹੋ ਇਹਦਾ ਜਿਹੜਾ ਪੈਰਲੋਗ੍ਰਾਮ ਦਾ ਏਰੀਆ ਬਣਦਾ ਉਹ ਡਿਫਾਈਨ ਕਰਨਾ ਸ਼ੁਰੂ ਕਰੋ we know that area of parallelogram equal to कहना जी base into altitude यानी OA वेक्टर into आ जाएगा OC वेक्टर क्या इन्हीं गल क्लियर Yes, sir. ते जे ਅਸੀਂ ਏਰੀਆ ਟ੍ਰਾਇੰਗਲ ਦਾ ਲੈਣਾ ਠੀਕ ਹੈ ਨਾਓ area swept by the particle in small time interval is given by ਉਹਨੂੰ ਏਰੀਆ ਨੂੰ DA ਲਿਖਦੇ ਪਏ ਜਿਹੜਾ ਏਰੀਆ ਪਾਰਟੀਕਲ ਨੇ ਕਵਰ ਕੀਤਾ ਉਹ DA ਆ ਗਿਆ and that is equal to half the area of a parallelogram ठीक है ਤੇ ਪੈਰਲੋਗ੍ਰਾਮ ਦਾ ਏਰੀਆ ਸਾਡੇ ਕੋਲ ਐਸਾ ਚ OA OC ਨਾਲ ਡਿਫਾਈਨ ਹੋ ਜਾਏਗਾ ਯਾਨੀ ਆ ਬਣ ਗਈ ਟਰਮ ਹਾਫ ਆਫ OA ਵੈਕਟਰ OC ਵੈਕਟਰ मॉडुलस ਦਾ ਸਾਈਨ ਇਸ ਕਰਕੇ ਪਾਤਾ ਕਿਉਂਕਿ ਅਸੀਂ ਕੱਲਾ ਮੈਗਨੀਟਿਊਡ ਕੱਢਣਾ ਉਸ ਕ੍ਰਾਸ ਪ੍ਰੋਡਕਟ ਦਾ ਕੀ ਇਨੀ ਗੱਲ ਕਲੀਅਰ ਆ Yes, sir. Yes, sir. Yes, sir. OC ਮੇਰਾ ਜਿਹੜਾ ਵਾ ਪੁੱਤ OC ਵੈਕਟਰ ਜਿਹੜਾ ਉਹ AB ਦੇ ਪੈਰਲਲ ਆ ਔਰ AB ਅਸੀਂ ਉੱਪਰ ਕੈਲਕੂਲੇਟ ਕਰ ਲਿਆ DR ਵੈਕਟਰ ਆ ਤੇ OA ਵੈਕਟਰ ਦੀ ਵੈਲਿਊ ਮੇਰੀ R ਵੈਕਟਰ ਆ ਤੇ देयरफॉर ਸਾਡਾ ਜਿਹੜਾ ਸਮਾਲ ਏਰੀਆ ਕਵਰ ਆਏਗਾ ਉਹਦੀ ਵੈਲਿਊ ਆ ਜਾਏਗੀ ਹਾਫ ਆਫ R ਵੈਕਟਰ ਕ੍ਰਾਸ DR ਵੈਕਟਰ यानी इन्नी टर्म मेरे को बन जाएगी ऐसा कहना जी एरिया वेक्टर दी वैल्यू ਜਿਹੜੀ ਆਣੀ ਹੈ ਹੁਣ ਜੋ ਤੁਸੀਂ ਇੱਥੇ ਦੇਖ ਰਹੇ ਹੋ ਹੁਣ ਇਹਨੂੰ ਦੇਖ ਕੇ ਆਪਾਂ ਚੱਲਦੇ ਪਏ ਆਪਾਂ DA ਲਿਖ ਲਿਆ DA ਤੋਂ ਬਾਅਦ ਮੇਰੇ ਕੋਲ ਐਸਾ ਚ ਡਿਵਾਈਡਡ ਬਾਈ ਟਾਈਮ ਆ ਜਿੰਨੇ ਟਾਈਮ ਦੇ ਅੰਦਰ ਆ ਏਰੀਆ ਕਵਰ ਕੀਤਾ ਉਹਨੇ ਟਾਈਮ ਨਾਲ ਏਰੀਆ ਨੂੰ ਡਿਵਾਈਡ ਕਰ ਲਓ ਯਾਨੀ ਇਸ ਇਕੁਏਸ਼ਨ ਨੂੰ ਜੇ ਆਪਾਂ ਐਸਾ ਚ ਕਹੀਏ डिवाइड बोथ साइड्स बाय दोनों साइड्स पे dt ना डिवाइड कर लो तो देयरफॉर सारे को टर्म बन जाएगी dA by dt इट इज इक्वल टू हाफ ऑफ r वेक्टर क्रॉस dr वेक्टर ओवर dt क्या स्टेप क्लियर है Yes, sir. Yes, sir. ਜੇ ਆਪਾਂ ਇੰਨੀ ਟਰਮ ਹੋ ਚੁੱਕੀ ਹੈ ਜਿਹਨੂੰ ਸਰਕਲ ਕਰਦਾ ਪਿਆ ਤੇ dr ਮੇਰੀ ਡਿਸਪਲੇਸਮੈਂਟ ਆ ਡਿਸਪਲੇਸਮੈਂਟ ਪਰ ਯੂਨਿਟ ਟਾਈਮ ਇਜ਼ ਕਾਲਡ ਐਸ ਦਾ Velocity. velocity ਇਹਦੇ ਨਾਲ ਆਪਣੀ ਟਰਮ ਕੀ ਬਣ ਜਾਏਗੀ ਜੀ dA by dt equal to r vector cross velocity vector clear ਆ Yes, sir. Yes, sir. Yes, sir. ਆਪਣਾ ਜਿਹੜਾ ਪਾਰਟ ਪ੍ਰੂਵ ਕਰਨਾ ਠੀਕ ਹੈ ਜਿਹੜਾ ਪਾਰਟ ਆਪਾਂ ਪ੍ਰੂਵ ਕਰਨਾ ਉਹ ਚ ਆ ਦਿਖ ਰਿਹਾ ਕਿ dA by dt ਹੈ ਔਰ ਦੂਜੇ ਪਾਸੇ ਐਂਗੂਲਰ ਮੋਮੈਂਟਮ ਤੇ ਬੇਟਾ ਆਪਾਂ ਜਦੋਂ ਵੀ ਕੋਈ ਐਸਚ ਰੋਟੇਸ਼ਨਲ ਟਰਮ ਇੰਟਰੋਡਿਊਸ ਕਰਨੀ ਆ ਉਹ ਲੀਨੀਅਰ ਟਰਮ ਤੋਂ ਹੀ ਬਣ ਕੇ ਆਣੀ ਆ ਮਤਲਬ ਐਂਗੂਲਰ ਮੋਮੈਂਟਮ ਦੇ ਕੋਰਸਪੋਂਡਿੰਗ ਸਾਡੇ ਕੋਲ ਲੀਨੀਅਰ ਟਰਮ ਲੀਨੀਅਰ ਮੋਮੈਂਟਮ ਇਹਦਾ ਮਤਲਬ ਤੁਸੀਂ ਆਪਣੇ ਗਿਵਨ ਐਕਸਪ੍ਰੈਸ਼ਨ ਨੂੰ ਜੇ ਐਂਗੂਲਰ ਮੋਮੈਂਟਮ ਤੱਕ ਲੈ ਕੇ ਜਾਣਾ ਤੇ ਤੁਸੀਂ ਪਹਿਲਾਂ ਲੀਨੀਅਰ ਮੋਮੈਂਟਮ ਡਿਫਾਈਨ ਕਰ ਲਓ ਤੇ ਲੀਨੀਅਰ ਮੋਮੈਂਟਮ ਵੈਲੋਸਿਟੀ ਦੇ ਵਿੱਚ ਆ ਕੇ ਮੇਰੇ ਕੋਲ ਯੂਜ਼ ਹੋ ਸਕਦਾ ਕਿਦਾਂ ਕਹਿ ਰਹੇ ਆ ਜੇ ਆਪਾਂ ਇੱਥੇ ਡਿਫਾਈਨ ਕਰੀਏ but momentum equal to mass into velocity अब momentum ਦਾ ਫਾਰਮੂਲਾ ਆ ਜੋ
इथों वेलोसिटी वेक्टर की वैल्यू कढ दी है ते वेलोसिटी की वैल्यू मोमेंटम बाय मास आ जाऊ। क्लियर आ? Yes, Yes, sir. और इनू इथे जे यूज कर लीए तो देयरफॉर साडे कोल एज सच जेड़ा एरिया बाय टाइम आया यानी एरियल वेलोसिटी आई अपनी टर्म बन जाएगी dA by dt इक्वल टू हाफ ऑफ r वेक्टर क्रॉस p वेक्टर ओवर m। स्टेप क्लियर आ? हाँ जी सर। yes, Yes, sir. sir. चल ਹੁਣ ਜੇ ਇੱਥੇ ਚਲੀਏ ਪੁੱਤ ਆ 2m ਜਿਹੜਾ ਐਕਸਪ੍ਰੈਸ਼ਨ ਤੁਸੀਂ ਡਰਾਈਵ ਕਰਨਾ ਉਹਨਾਂ ਕੰਪੇਅਰ ਕਰੋ ਇਧਰਲੇ ਪਾਸੇ ਮੇਰੇ ਕੋਲ ਜਿਹੜਾ ਐਕਸਪ੍ਰੈਸ਼ਨ ਅੰਦਰ 2 ਟਾਈਮਸ ਦਾ ਮਾਸ ਇਨਟੂ ਏਰੀਅਲ ਵੈਲੋਸਿਟੀ ਆ ਨੀਚੇ 2m ਤੇ ਇਧਰ ਏਰੀਅਲ ਵੈਲੋਸਿਟੀ ਬੰਦੀ ਪਈ ਹੈ ਇੱਕ ਸਾਈਡ ਅਰੇਂਜ ਕਰੀਏ ਤੇ ਦੂਜੇ ਪਾਸੇ ਅਸੀਂ ਉੱਪਰ ਕਹਿ ਕੇ ਆਏ ਆ ਸ਼ੁਰੂ ਦੇ ਅੰਦਰ ਕਿ ਵੀ r ਵੈਕਟਰ ਕ੍ਰਾਸ p ਵੈਕਟਰ that can be called as a angular momentum ਤੇ ਇਹਦਾ ਮਤਲਬ ਇਹ ਹੋ ਗਿਆ ਆਪਣੇ ਕੋਲ ਆ r ਵੈਕਟਰ ਕ੍ਰਾਸ p ਵੈਕਟਰ ਜਿਹੜਾ ਵਾ ਇਹਨੂੰ ਐਂਗੂਲਰ ਮੋਮੈਂਟਮ ਡਿਫਾਈਨ ਕਰ ਸਕਦੇ ਤੇ देयरफॉर ਸਾਡੇ ਕੋਲ ਰਿਜ਼ਲਟ ਆ ਜਾਏਗਾ 2m dA by dt equal to r vector cross p vector और r vector cross p vector ਸਾਡਾ ਜਿਹੜਾ ਐਂਗੂਲਰ ਮੋਮੈਂਟਮ ਤੇ देयरफॉर ਆਪਣੇ ਕੋਲ ਐਸ ਸੱਚ ਇੱਥੇ ਡਿਫਾਈਨ ਕਰੀਏ ਇਹਨੂੰ ਬੇਸ਼ੱਕ ਮੋਡੂਲਸ ਪਾ ਕੇ ਲਿਖ ਦਿਓ ਤੇ देयरफॉर ਇਹ ਤੋਂ ਡਿਫਾइन ਕਰੀਏ ਤੇ ਐਂਗੂਲਰ ਮੋਮੈਂਟਮ ਦੀ ਵੈਲਿਊ ਆ ਜਾਏਗੀ 2m टाइम्स ਦਾ कहना जी एरियल वेलोसिटी यानी आ मेरे को एज सच मैथमेटिकल प्रूफ आ जाएगा कि एंगुलर मोमेंटम इज न्यूमेरिकली इक्वल टू ट्वाइस द प्रोडक्ट ऑफ मास एंड एरियल वेलोसिटी ऑफ द पार्टिकल ते आ ओदा मैथमेटिकल मेरे को जेड़ा प्रूफ है वो डेवलप हो जाना क्या स्टेप क्लियर है सारे Yes, sir. Yes, sir. Yes, एक मिनट sir. दे रहे हैं एक मिनट वास्ते पॉज दे रहे हैं चंगी तरह निगाह मारो जे स्टेप कोई डाउटफुल हैगा तो एक बार मैं दसूंगे बेटा रिलेशन बिटवीन एंगुलर मोमेंटम एंड टॉर्क रिलेशन बिटवीन एंगुलर मोमेंटम एंड टॉर्क बिना ड्राइव कीते एज सच कौन बोलेगा कि टॉपिक बनना की है केड़ा फार्मूला ड्राइव होना दसेगा कोई है ना कल मैं हिंट दिता भी होया केड़ियां टॉर्क इज इक्वल टू dl by dt बिल्कुल ठीक मैं कल भी कहा सी फिर एक बार दोबारा कह रहा बेटा एक चीज ध्यान च रखियो हुण जिन्ने टॉपिक तुसी पढ़दे पे ना ये सारे दे सारे टॉपिक लीनियर फॉर्म च सी ऑलरेडी जेड़ा वा वो पिछले यूनिट च पढ़ चुके हैं ठीक है इस तो बाद अपनी मैकेनिक्स खत्म हो जानी है यानी तुहाडा फर्स्ट वॉल्यूम जेड़ा बुक दा वो कंप्लीट मैकेनिक्स आ ठीक है ये चैप्टर सारे आपस में इंटरलिंक से किते ना किते ਹੁਣ ਉਹ ਕੰਪਲੀਟ ਹੋਣੇ ਤੇ ਉਹ ਕਿਤੇ ਨਾ ਕਿਤੇ ਟਰਮਸ ਨੂੰ ਆਪਸ ਵਿੱਚ ਲਿੰਕ ਜ਼ਰੂਰ ਕਰੋ ਐਂਗੂਲਰ ਮੋਮੈਂਟਮ ਦੇ ਕੋਰਸਪੋਂਡਿੰਗ ਆਪਣੇ ਕੋਲ ਲੀਨੀਅਰ ਟਰਮ ਕਿਹੜੀ ਆ Linear momentum. ਲੀਨੀਅਰ ਮੋਮੈਂਟਮ ਟਾਰਕ ਦੇ ਕੋਰਸਪੋਂਡਿੰਗ ਕਿਹੜੀ ਟਰਮ ਆ Force. Force. ਤੇ ਫਿਰ ਫੋਰਸ ਤੇ ਮੋਮੈਂਟਮ ਦਾ ਆਪਸ ਵਿੱਚ ਕੀ ਰਿਲੇਸ਼ਨ ਆ F equal to dp by dt. dp by dt dp by dt F ਦੀ ਥਾਂ ਤੇ ਟਾਰਕ ਸੋਚ ਲਓ ਤੇ p ਦੀ ਥਾਂ ਤੇ l ਸੋਚ ਲਓ ਇਹਦਾ ਮਤਲਬ ਜੇ F equal to dp by dt ਆ ਇਹਦਾ ਬੈਨੀਫਿਟ ਇਹ ਹੋਏਗਾ ਕਿ ਤੁਹਾਨੂੰ ਰਿਲੇਸ਼ਨ ਜਿਹੜਾ ਵਾ ਉਹ ਡਿਵੈਲਪ ਕਰਨਾ ਸੌਖਾ ਹੋਏਗਾ ਕਿ ਵੀ ਅਸਲ 'ਚ ਕਰਨਾ ਕੀ ਆ ਠੀਕ ਹੈ F equal to dp by dt F ਟਾਰਕ ਨਾਲ ਰਿਪਲੇਸ ਹੋ ਜਾਊਗਾ ਤੇ ਲੀਨੀਅਰ ਮੋਮੈਂਟਮ ਦੀ ਥਾਂ ਤੇ ਐਂਗੂਲਰ ਮੋਮੈਂਟਮ ਆ ਜਾਊ ਯਾਨੀ ਆਹ ਟੌਪਿਕ ਤੁਸੀਂ ਬਣਾਉਣਾ ਕਲੀਅਰ ਆ Yes, sir. Yes, sir. ਦੂਜੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਹੋਏਗੀ ਇਸ ਕਹਿ ਲਓ ਕਿ ਚੈਪਟਰ ਦੇ ਅੰਦਰ ਡੈਰੀਵੇਸ਼ਨਸ ਹੈਗੀਆਂ ਆਪਣੇ ਕੋਲ ਕੁਝ ਇੱਕ ਹਨਾ ਉਹਦੇ ਕਰਕੇ ਕੀ ਆ ਕਿ ਵੀ ਇਹਨਾਂ ਸਾਰੀ ਡੈਰੀਵੇਸ਼ਨਸ ਦਾ ਜਿਹੜਾ ਸਟਾਰਟ ਹੈ ਨਾ ਕਈ ਵਾਰੀ ਉਹ ਭੁੱਲਦਾ ਵਾ ਇਸ ਲਈ ਕਿਸੇ ਵੀ ਟੌਪਿਕ ਨੂੰ ਕਰਨ ਲੱਗੇ ਉਹਦਾ ਸਟਾਰਟ ਜ਼ਰੂਰ ਦਿਮਾਗ 'ਚ ਰੱਖਿਓ ਕਿ ਕਿਹੜਾ ਕਿੱਥੋਂ ਸ਼ੁਰੂ ਹੁੰਦਾ ਪਿਆ ਕੋਈ ਟੌਪਿਕ ਆਪਣੇ ਕੋਲ ਐਂਗੂਲਰ ਮੋਮੈਂਟਮ ਵਾਲਾ xp by ypx ਤੋਂ ਮੰਨ ਲਓ ਸ਼ੁਰੂ ਹੋ ਗਿਆ कोई टॉपिक जेड़ा L equal to R cross P तो शुरू हो गया ये ध्यान रखना पड़ेगा कि केड़ी डेरिवेशन दा स्टार्ट जेड़ा वा वो किथों कीता जा रहा ठीक है उसे दे अकॉर्डिंगली जे हुण आपां आ टॉपिक ड्राइव करना रिलेशन बिटवीन एंगुलर मोमेंटम एंड कहंदा जी टॉर्क ते किथों शुरू करा
ਉਹਦੇ ਲਈ ਆਪਣਾ ਸਟਾਰਟਿੰਗ ਟੌਪਿਕ ਇਹ ਹੋਏਗਾ we know that angular momentum is given by angular momentum ਦਾ ਫਾਰਮੂਲਾ ਸੀ ਆ ਪੜਿਆ ਹੋਇਆ L vector equal to R vector cross P vector ਸਮਝ ਲੱਗਿਆ Yes, sir. ਹੁਣ ਆ ਜਾਓ ਇੱਥੇ ਠੀਕ ਹੈ ਜੇ ਆ ਚੀਜ਼ਾਂ ਨਾਲ ਲਿਖ ਕੇ ਸਾਈਡ ਤੇ ਚੱਲੋਗੇ ਨਾ ਤੁਹਾਨੂੰ ਸਟੈਪ ਮਿਲਣਗੇ ਕਿ ਵੀ ਆਪਾਂ ਕਿੱਦਾਂ ਸਟੈਪ ਕਿਹੜਾ ਅਗਲਾ ਬਣਾਉਣਾ ਮੈਨੂੰ ਆ ਦੇਖਦਾ ਪਿਆ ਜਿਹੜਾ ਰਿਲੇਸ਼ਨ ਮੇਰਾ ਡਰਾਈਵ ਹੋ ਕੇ ਆਣਾ ਉਹ ਚ ਐਂਗੂਲਰ ਮੋਮੈਂਟਮ ਦੀ ਟਾਈਮ ਦੇ ਨਾਲ ਡਿਫਰੈਂਸ਼ੀਏਸ਼ਨ ਹੋਈ ਆ ਕਲੀਅਰ ਲਾਈਨ Yes, sir. Yes, sir. ਜੇ ਮੈਂ ਇਸ ਮੂਵਮੈਂਟ ਦੇ ਇਸ ਐਂਗੂਲਰ ਮੋਮੈਂਟਮ ਦੀ ਟਾਈਮ ਨਾਲ ਡਿਫਰੈਂਸ਼ੀਏਸ਼ਨ ਸ਼ੁਰੂ ਕਰਾਂ ਤੇ ਮੇਰੀ ਇਧਰਲੀ ਸਾਈਡ ਬਣਨੀ ਸ਼ੁਰੂ ਹੋ ਜੂ ਇਹਦਾ ਮਤਲਬ ਜੇ ਆ ਸਾਈਡ ਡਿਵੈਲਪ ਹੋਣੀ ਸ਼ੁਰੂ ਹੋ ਜਾਏਗੀ ਠੀਕ ਹੈ ਜੇ ਆ ਸਾਈਡ ਮੇਰੀ ਡਿਵੈਲਪ ਹੋਣੀ ਸ਼ੁਰੂ ਹੋ ਜਾਊਗੀ ਆਟੋਮੈਟਿਕਲੀ ਆ ਸਾਈਡ ਜਿਹੜੀ ਹੈ ਸਾਰੀ ਸੋਲਵ ਕਰਕੇ ਆ ਸਾਈਡ ਬਣ ਕੇ ਆਣੀ ਇਸ ਲਈ ਆ ਸਾਈਡ ਤੋਂ ਬਣਾਉਣਾ ਸ਼ੁਰੂ ਕਰੋ ਰਿਜ਼ਲਟ ਦੇ ਇਕੁਇਵਲੈਂਟ ਪ੍ਰੂਵ ਕਰਾਂਗੇ ਉਹਦੇ ਲਈ ਇਸ ਇਕੁਏਸ਼ਨ ਨੂੰ ਡਿਫਰੈਂਸ਼ੀਏਟ ਕਰਾਂਗਾ differentiate both sides with respect to time दोनों पासे इन्हों टाइम ना डिफरेंशिएट कर दो अपनी टर्म आ जाएगी dl by dt equal to d by dt of r vector cross p vector ਹੁਣ ਇੱਥੇ ਇੱਕ ਸਮਝਣ ਵਾਲੀ ਚੀਜ਼ ਆ ਇੱਥੇ ਨਾਰਮਲ ਜਦੋਂ ਆਪਾਂ ਆਰਡੀਨਰੀ ਸਿੰਪਲ ਕਹਿੰਦਾ ਜੀ ਅਲਜੈਬਰਿਕਸ ਟਰਮ ਲਿਖਦੇ ਆ ਉਹ ਅਸੀਂ ਇੱਕ ਟਰਮ ਨੂੰ ਕਹਿ ਦਿੰਦੇ ਕਿ ਵੀ r ਤਾਂ ਕਾਂਸਟੈਂਟ ਹੈ ਜੀ ਬਾਹਰ ਕੱਢ ਦਿਓ ਇਸ ਵੇਲੇ r ਮੇਰੀ ਵੈਕਟਰ ਕੁਆਂਟੀਟੀ ਆ ਔਰ ਇਹਦੀ ਵੈਲਿਊ ਵੇਰੀਏਬਲ ਆ ਠੀਕ ਹੈ ਪਾਰਟੀਕਲ ਦੀ ਪੋਜੀਸ਼ਨ ਜਿੱਦਾਂ ਸ਼ਿਫਟ ਹੁੰਦੀ ਜਾਊਗੀ ਹੁਣੀ ਪਿਛਲੇ ਟਾਪਿਕ ਕੀਤਾ ਵਾ ਪਾਰਟੀਕਲ a ਤੋਂ ਜਦੋਂ b ਤੇ ਗਿਆ ਤੇ ਪੋਜੀਸ਼ਨ ਵੈਕਟਰ r ਨਹੀਂ ਰਹਿ ਗਿਆ ਪੋਜੀਸ਼ਨ ਵੈਕਟਰ ਨਵਾਂ r + dr ਬਣ ਗਿਆ ਸੀ ਗੱਲ ਸਮਝ ਲੱਗੀ Yes, sir. Yes, sir. मतलब ये आ इस लाइन का मतलब ये हैगा कि जेडी हुन इथे दोनों टर्म पईयां ना r भी ते p वेक्टर भी दोनों ਦੀਆਂ ਦੋਨੋਂ ਟਰਮ ਮੇਰੀਆਂ ਵੇਰੀਏਬਲਸ ਨੇ ਤੇ ਕੱਲ ਇੱਕ ਰੂਲ ਦੱਸਿਆ ਸੀ ਉਹਨੂੰ ਸੀ ਨਾਮ ਦਿੱਤਾ ਸੀ ਪ੍ਰੋਡਕਟ ਰੂਲ ਇਹ ਦੱਸਿਆ ਸੀ ਕਿ ਜਦੋਂ ਡਿਫਰੈਂਸ਼ੀਏਸ਼ਨ ਦਾ ਪ੍ਰੋਡਕਟ ਰੂਲ ਲੈਨੇ ਆ ਇੱਕ ਟਰਮ ਨੂੰ ਅਸੀਂ ਕਾਂਸਟੈਂਟ ਮੰਨਦੇ ਦੂਜੇ ਨੂੰ ਵੇਰੀਏਬਲ ਫਿਰ ਦੂਜੇ ਨੂੰ ਕਾਂਸਟੈਂਟ ਮੰਨਦੇ ਪਹਿਲੇ ਨੂੰ ਵੇਰੀਏਬਲ ठीक है यानी जो मैं बोलता पाया जो लिखा बेटा ते ਆਪਾਂ ਆ ਨੂੰ ਇਦਾਂ ਬਣਾਇਆ ਸੀ d by dt of uv ਜੇ ਮੰਨ ਲਓ u ਤੇ v ਦੋਨੋਂ ਟਾਈਮ ਡਿਪੈਂਡੈਂਟ ਟਰਮਸ ਹੋਣਗੀਆਂ u ਔਰ v ਦੋਨੋਂ ਮੇਰੇ ਵੇਰੀਏਬਲਸ ਨੇ ਅਸੀਂ u ਨੂੰ ਕਾਂਸਟੈਂਟ ਮੰਨ ਕੇ v ਦੀ ਡਿਫਰੈਂਸ਼ੀਏਸ਼ਨ ਲਿਖ ਦੇਣੀ ਆ ਪਲੱਸ ਕਰਕੇ ਠੀਕ ਹੈ ਜੀ ਇਹਨਾਂ ਟਰਮਸ ਨੂੰ ਇੰਟਰਚੇਂਜ ਕਰੋ v ਨੂੰ ਕਾਂਸਟੈਂਟ ਮੰਨ ਕੇ u ਦੀ ਡਿਫਰੈਂਸ਼ੀਏਸ਼ਨ ਲਿਖ ਲਾਂਗੇ ਕੀ ਟਰਮ ਸਮਝ ਆਈ Yes, sir. Yes, sir. ਇਹੀ ਸੇਮ ਰੂਲ ਆਪਾਂ ਇੱਥੇ ਵੀ ਅਪਲਾਈ ਕਰਨ ਲੱਗੇ ਐਸਐਚ ਜੇ ਨੂੰ ਸੋਲਵ ਕਰੀਏ dl by dt ਆ ਸਾਈਡ ਤੇ ਬਣੀ ਚੁੱਕੀ ਹੈ ਆਪਣੀ ਇਹਨੂੰ ਇਦਾਂ ਦੇ ਲੈ ਚਲੋ ਹੁਣ ਬਸ dl by dt equal to ਇੱਥੇ ਲਿਖਾਂ ਤੈਨੂੰ ਮੈਂ ਇਦਾਂ ਪੜਾਂਗਾ dr vector by dt cross p vector ठीक है मतलब इस पहली टर्म ਦੀ डिफरेंशिएशन कर ली दूजे ਨੂੰ कांस्टेंट मान के इधर रहन देता क्योंकि ये सिंपल मल्टीप्लिकेशन नहीं हैगी इसलिए ਇਹਨੂੰ ਆਪਾਂ ਇਦਾਂ ਨਹੀਂ ਲਿਖਿਆ ਕਿ ਵੀ p ਚੋਂ ਕੇ ਬਾਹਰ ਰੱਖ ਲਿਆ ਇਹ ਕ੍ਰਾਸ ਪ੍ਰੋਡਕਟ ਦੀ ਫਾਰਮ ਚ ਵੈਕਟਰ ਫਾਰਮ ਚ ਸੀਗੀਆਂ ਟਰਮ ਤੁਸੀਂ ਇਹਨੂੰ ਐਸ ਸੱਚ ਬਾਹਰ ਕਹਿੰਦਾ ਜੀ ਜੇ ਮੈਂ ਰੱਖ ਲਵਾਂ ਤੇ ਉਹ p ਕ੍ਰਾਸ dr by dt ਬਣ ਗਿਆ p ਕ੍ਰਾਸ dr by dt ਬਣ ਗਿਆ ਕਹਿੰਦਾ ਫਰਕ ਕੀ ਪਏਗਾ ਤੇ ਬੇਟਾ ਫਰਕ ਇਹ ਪਏਗਾ ਅਸੀਂ ਇਹ ਕਿਹਾ ਸੀ ਕਿ ਕ੍ਰਾਸ ਪ੍ਰੋਡਕਟ ਜਿਹੜੀ ਹੈ ਨਾ ਉਹ ਐਂਟੀ ਕਮਿਊਟੇਟਿਵ ਹੁੰਦੀ ਹੈ ਐਂਟੀ ਕਮਿਊਟੇਟਿਵ ਦਾ ਮਤਲਬ ਇਹ ਦੱਸਿਆ ਸੀ a ਵੈਕਟਰ ਕ੍ਰਾਸ b ਵੈਕਟਰ ਹੋਵੇ ਉਹਦਾ ਰਿਜ਼ਲਟ ਤੇ ਜੇ b ਵੈਕਟਰ ਕ੍ਰਾਸ a ਵੈਕਟਰ ਹੋਵੇ ਤੇ ਉਹਦਾ ਰਿਜ਼ਲਟ ਸੇਮ ਨਹੀਂ ਹੁੰਦਾ ਠੀਕ ਹੈ a ਕ੍ਰਾਸ b ਜੇ ਮੇਰੀ ਐਂਟੀ ਕਲੌਕਵਾਈਜ਼ ਘੁੰਮੀ ਆ ਤੇ ਮੇਰਾ ਰਿਜ਼ਲਟੈਂਟ ਵੈਕਟਰ ਉੱਪਰ ਨੂੰ ਜਾਣਾ ਤੇ ਜੇ b ਕ੍ਰਾਸ a ਘੁੰਮਦੀ ਪਈ ਆ ਡਾਊਨਵਰਡ ਹਨਾ ਜੇ a ਕ੍ਰਾਸ b ਅਪਵਰਡ ਆ ਤੇ b ਕ੍ਰਾਸ a ਡਾਊਨਵਰਡ ਆ ਇਹਦਾ ਮਤਲਬ ਇਹਨਾਂ ਚ ਡਾਇਰੈਕਸ਼ਨ ਦਾ ਫਰਕ ਆ ਇਸ ਲਈ ਜੇ ਤੁਸੀਂ dr by dt ਕ੍ਰਾਸ p ਲਿਖਿਆ ਤੇ ਇਹਨੂੰ p ਵੈਕਟਰ ਕ੍ਰਾਸ dr by dt ਨਹੀਂ ਲਿਖਾਂਗਾ ਗੱਲ ਸਮਝ ਲੱਗੀ ਕਿਉਂ ਇਦਾਂ ਲਿਖਿਆ ਇਹਨੂੰ Yes, sir. ਉਸ ਤੋਂ ਬਾਅਦ Yes, sir. ਪਹਿਲੀ ਡਿਫਰੈਂਸ਼ੀਏਸ਼ਨ ਹੋ ਗਈ ਦੂਜੀ ਛੱਡ ਲਈ ਪਲੱਸ ਪਾ ਕੇ ਹੁਣ ਤੁਸੀਂ ਐਸਐਚ ਆਰ ਵੈਕਟਰ ਇਹਦੇ ਛੱਡ ਦਿਓ ਤੇ d by dt p ਦਾ ਕਰਾਂਗੇ ਯਾਨੀ r ਵੈਕਟਰ ਕ੍ਰਾਸ dp ਵੈਕਟਰ by dt ਆ ਟਰਮ ਆ ਗਈ ਕੀ ਸਟੈਪ ਕਲੀਅਰ ਆ Yes, sir. Yes, sir. Yes. ਚਲ ਹੁਣ ਜੇ ਇਸ ਟਰਮ ਨੂੰ ਲੈ ਕੇ ਚੱਲੀਏ dr by dt ਕੀ ਬਣਦਾ ਜੀ
velocity, velocity, dr Velocity. ਵੈਕਟਰ ਇੱਕ ਤਰ੍ਹਾਂ ਡਿਸਪਲੇਸਮੈਂਟ ਆ, ਇਹ ਮਤਲਬ ਡਿਸਪਲੇਸਮੈਂਟ ਬਾਈ ਟਾਈਮ ਬਣਿਆ ਹੈ ਨਾ, ਇਹ ਮਤਲਬ ਆਪਾਂ ਇਹਨੂੰ ਡਿਫਾਈਨ ਕਰੀਏ, but dr by dt that read as the velocity vector। ਠੀਕ ਹੈ, ਇਹ ਮੇਰਾ velocity vector ਆ। ਅੱਗੇ ਹੋਰ ਲੈ ਕੇ ਚੱਲਾਂ ਤੇ ਹੁਣੀ ਅਸੀਂ ਪੜਿਆ ਸੀ velocity ਨੂੰ ਅਸੀਂ momentum by mass ਲਿਖ ਸਕਦੇ ਹਾਂ, ਕਲੀਅਰ ਆ? yes sir, Yes, sir. sir, ਪਰ ਦੂਜੇ ਪਾਸੇ ਚਲੀਏ ਤੇ dt by dt ਆ ਗਿਆ, ਤੇ dt by dt ਕੀ ਹੁੰਦਾ ਬਈ? force, ਇਹਨੂੰ ਫੋਰਸ Force. dt by dt, ਇਹਦੇ ਨਾਲ ਆ ਮੇਰਾ ਫੋਰਸ ਵੈਕਟਰ ਆ ਗਿਆ, ਕਲੀਅਰ ਆ? yes sir, Yes, sir. दोनों वैल्यू ਆਪਾਂ ਇਹਦੇ ਉੱਪਰਲੇ ਰਿਲੇਸ਼ਨ ਚ ਸਬਸਟੀਟਿਊਟ ਕਰੀਏ ਤੇ ਆਪਣੇ ਕੋਲ ਟਰਮ ਬਣ ਗਈ dl by dt equal to ਇਹਦੀ ਥਾਂ ਤੇ ਆ ਗਿਆ p vector by m cross p vector plus ਆ ਗਿਆ r vector cross f vector, ਕਲੀਅਰ ਆ? Yes, sir. yes sir, Yes, sir. ਇਹਦਾ ਆਨਸਰ ਤੁਸੀਂ ਦੋਗੇ, ਠੀਕ ਹੈ ਜੀ। a vector cross a vector ਕੀ ਰਿਜ਼ਲਟ ਹੋਏਗਾ? a vector cross a vector ਰਿਜ਼ਲਟ ਕੀ ਹੋਏਗਾ? zero, ਬੋਲੀ ਚੱਲੋ, 2a vector, ਬਟ 10 ਜਣੇ ਕੋ ਆਪਾਂ ਆਨਸਰ ਲੈਣਾ ਇਹ, 2a vector, ਬੋਲੀ ਜਾਓ, ਜਿਹਦੇ ਜੋ ਦਿਮਾਗ ਚ ਹੈਗਾ ਬੋਲੋ, ਪਰ ਗੂੰਗੇ ਨਹੀਂ ਬਣੋਗੇ, ਜਿਹਦੀ ਜੋ ਸਮਝ ਆਂਦੀ ਲਾਈਨ ਬੋਲੋ। a cross a ਕਾਦੇ ਇਕੁਅਲ ਹੋਏਗਾ? रवनीत, मुस्कान, रोजमेरी, सुवेश, तमन्ना, angle zero, बिल्कुल। ਅਸੀਂ ਇਹ ਕਿਹਾ ਸੀ ਜਿਹੜੇ ਹੁਣ ਗੂੰਗੇ ਬਣੇ ਹੋ, ਠੀਕ ਹੈ, ਸੁਣੋ ਗੱਲ ਧਿਆਨ ਨਾਲ। ਅਸੀਂ ਪੁੱਤ ਇਹ ਕਿਹਾ ਸੀਗਾ ਕਿ ਜਦੋਂ ਵੀ ਦੋ ਵੈਕਟਰ ਪਰਪੈਂਡੀਕੂਲਰ ਹੁੰਦੇ, ਮੈਂ ਕੰਡੀਸ਼ਨ ਪਹਿਲਾਂ ਚੇਂਜ ਕਰ ਲਈ ਆ, ਜੇ ਦੋ ਵੈਕਟਰ ਪਰਪੈਂਡੀਕੂਲਰ ਪ੍ਰੂਵ ਕਰਨੇ, ਮੈਨੂੰ a ਵੈਕਟਰ b ਵੈਕਟਰ ਦੋ ਵੈਕਟਰ ਦੇਤੇ ਔਰ ਉਹਨੇ ਕਿਹਾ ਕੁਐਸਚਨ ਚ ਚੈੱਕ ਕਰੋ ਕਿ ਇਹ ਪਰਪੈਂਡੀਕੂਲਰ ਹੈ ਜਾਂ ਨਹੀਂ, ਤੇ ਮੈਂ ਕਿਹਾ ਸੀ ਦੋ ਵੈਕਟਰ ਜੇ ਪਰਪੈਂਡੀਕੂਲਰ ਹੈ ਨਾ ਤੇ ਉਹਦੀ ਡਾਟ ਪ੍ਰੋਡਕਟ 0 ਆਣੀ ਚਾਹੀਦੀ। ਤੁਸੀਂ ਦੋ ਵੈਕਟਰ ਦੀ ਡਾਟ ਪ੍ਰੋਡਕਟ ਸੋਲਵ ਕਰਕੇ ਦੇਖੋ, ਜੇ ਉਹ 0 ਆਉਂਦੀ ਹੈ ਤਾਂ ਤੁਸੀਂ ਕਹਿ ਸਕਦੇ ਹੋ ਕਿ ਇਹ ਵੈਕਟਰ ਮੇਰੇ ਪਰਪੈਂਡੀਕੂਲਰ ਆ, ਠੀਕ ਆ। ਪਰ ਇਸੇ ਤਰ੍ਹਾਂ ਹੀ ਅਸੀਂ ਇਹ ਵੀ ਕਿਹਾ ਸੀਗਾ ਕਿ ਜੇ ਇਹ ਚੈੱਕ ਕਰਨਾ ਹੋਵੇ ਕਿ ਦੋ ਵੈਕਟਰ ਮੇਰੇ ਪੈਰਲਲ ਆ, ਤੇ ਪੈਰਲਲ ਪ੍ਰੂਵ ਕਰਨ ਦਾ ਮੈਥਡ ਇਹ ਹੈਗਾ ਦੋ ਵੈਕਟਰ ਦੀ ਕ੍ਰਾਸ ਪ੍ਰੋਡਕਟ ਚੈੱਕ ਕਰੋ। ਜੇ ਦੋ ਵੈਕਟਰ ਦੀ ਕ੍ਰਾਸ ਪ੍ਰੋਡਕਟ 0 ਆਂਦੀ ਹੋਵੇ ਤੇ ਦੈਨ ਵੈਕਟਰ ਸ਼ੁੱਡ ਬੀ ਪੈਰਲਲ ਟੂ ਈਚ ਅਦਰ। ਤੇ ਪੁੱਤ ਇਸੇ ਲਾਈਨ ਨੂੰ ਪੁੱਠਾ ਪੜ ਲਓ, ਇਸੇ ਲਾਈਨ ਨੂੰ ਪੁੱਠਾ ਪੜ ਲਓ। ਜੇ ਦੋ ਵੈਕਟਰ, ਜੇ ਮੈਂ ਆ ਮੰਨਾ a ਵੈਕਟਰ ਮੇਰਾ x ਐਕਸਿਸ ਦੇ ਅਲੋਂਗ ਆ, ਤੇ ਆ ਕਿਹੜਾ ਵੈਕਟਰ ਲਿਖਿਆ ਮੈਂ? ਓਏ ਇਹ ਕਿਹੜਾ ਵੈਕਟਰ? ਇਹ ਵੀ ਤਾਂ a ਵੈਕਟਰ ਹੀ ਲਿਖਿਆ ਨਾ। ਤੇ ਜੇ ਇਹਨੂੰ x ਦੇ ਅਲੋਂਗ ਕਹਿੰਦੇ ਪਏ ਤੇ ਇਹ ਕੋਈ ਦੂਸਰਾ ਤਾਂ ਡਿਫਰੈਂਟ ਵੈਕਟਰ ਹੈ ਹੀ ਨਹੀਂ, ਇਹ ਵੀ ਤਾਂ a ਵੈਕਟਰ ਹੀ ਆ, ਤੇ ਮਤਲਬ ਇਹ ਵੀ x ਐਕਸਿਸ ਦੇ ਅਲੋਂਗ ਆ। ਤੇ ਦੋ ਵੈਕਟਰ, ਇਹਦਾ ਮਤਲਬ ਇਸ ਵੇਲੇ ਜਿਹੜੇ ਤੁਸੀਂ ਲੈ ਕੇ ਚੱਲੋਗੇ, ਜੇ ਉਹ ਦੋਨੋਂ ਦੇ ਦੋਨੋਂ ਪੈਰਲਲ ਆ ਤੇ ਹਮੇਸ਼ਾ ਪੈਰਲਲ ਵੈਕਟਰ ਦੀ ਕ੍ਰਾਸ ਪ੍ਰੋਡਕਟ 0 ਆ। ਇਹੀ ਲਾਈਨ ਮੈਂ ਇੱਥੇ ਸੋਚਣੀ ਆ। ਜੇ ਮੇਰੇ ਕੋਲ p ਵੈਕਟਰ ਕ੍ਰਾਸ p ਵੈਕਟਰ ਆ, ਇਹਦਾ ਮੋਮੈਂਟਮ ਵੈਕਟਰ ਆ ਜੇ x ਐਕਸਿਸ ਦੇ ਅਲੋਂਗ ਆ, ਤੇ ਆ ਵੀ ਉਹੀ ਸੇਮ ਵੈਕਟਰ ਆ। ਇਹਦਾ ਮਤਲਬ ਦੋਨੋਂ ਦੇ ਦੋਨੋਂ ਵੈਕਟਰ ਆਪਸ ਕੀ ਨੇ? parallel, parallel, ਪੈਰਲਲ। ਤੇ ਜਿਹੜੇ ਪੈਰਲਲ ਹੁੰਦੇ ਉਹਦੀ ਕ੍ਰਾਸ ਪ੍ਰੋਡਕਟ ਹਮੇਸ਼ਾ 0 ਹੁੰਦੀ ਹੈ। ਇਹਦਾ ਮਤਲਬ ਆਪਾਂ ਇੱਥੇ ਪ੍ਰੋਪਰਟੀ ਇਹ ਲਾਵਾਂਗੇ, ਠੀਕ ਹੈ ਜੀ, here p vector cross p vector equal to 0। रीजन देना ते लिख दो, because two vectors are parallel to each other, ठीक है, क्योंकि ये दोनों वेक्टर पैरेलल ने ते पैरेलल दी क्रॉस प्रोडक्ट जिहड़ी आ वो हमेशा ही साडे कोल 0 आंदी आ। ते देयरफॉर आ मेरे को टर्म जिहड़ी 0 हो गई, अपने को टर्म रह गई dl by dt equal to r vector cross f vector। ते चेता करो ਆਪਾਂ r vector cross f vector किनु कहने आ? torque, बेटे ਉਹੀ ਦੋ ਬੱਚੇ ਬਾਰ-ਬਾਰ ਆਨਸਰ ਦਿੰਦੇ, ਬਾਰ-ਬਾਰ ਉਹੀ ਕਹਿੰਦੇ ਸਮਝ ਨਹੀਂ ਲੱਗਿਆ ਜਾਂ ਸਮਝ ਲੱਗਿਆ, ਬਾਕੀ ਕਿਉਂ ਨਹੀਂ ਰਿਸਪੌਂਡ ਕਰਦੇ? ਪੁੱਤ ਬੋਲਿਆ ਕਰੋ, ਜੇ ਪਤਾ ਵਾ ਤੇ ਬੋਲੋ ਜ਼ਰੂਰ, ਜੇ ਨਹੀਂ ਪਤਾ ਤੇ ਦੱਸੋ ਜ਼ਰੂਰ ਕਿ ਵੀ ਸਰ ਨਹੀਂ ਪਤਾ,
ਫਿਰ ਆਪਾਂ ਉਸ ਟਰਮ ਨੂੰ ਥੋੜਾ ਐਲੈਬੋਰੇਟ ਕਰੀਏ ਕਿਤੇ ਨਾ ਕਿਤੇ ਆ ਕੇ। ਅਸੀਂ ਉੱਪਰ ਕਹਿ ਕੇ ਆਏ ਆ ਕਿ ਵੀ r ਵੈਕਟਰ ਕ੍ਰਾਸ p ਵੈਕਟਰ ਜਿਹੜਾ ਵਾ, ਯਾਨੀ ਜੇ ਲੀਨੀਅਰ ਮੋਮੈਂਟਮ ਨੂੰ ਪੋਜੀਸ਼ਨ ਵੈਕਟਰ ਨਾਲ ਮਲਟੀਪਲਾਈ ਕਰਨਾ ਤੇ ਉਹ ਐਂਗੂਲਰ ਮੋਮੈਂਟਮ ਬਣਾ ਦਿੰਦੇ। ਇਨ ਦਾ ਸਿਮਿਲਰ ਵੇ ਜੇ ਮੈਂ ਫੋਰਸ ਵੈਕਟਰ ਨੂੰ ਪੋਜੀਸ਼ਨ ਵੈਕਟਰ ਨਾਲ ਮਲਟੀਪਲਾਈ ਕਰਾਂ ਤੇ ਇਹ ਮੇਰੇ ਕੋਲ ਐਸ ਸੱਚ ਫੋਰਸ ਦਾ ਰੋਟੇਸ਼ਨਲ ਟਰਮ ਬਣਾ ਦੇਗਾ। ਤੇ ਫੋਰਸ ਦੀ ਰੋਟੇਸ਼ਨਲ ਟਰਮ ਨੂੰ ਕੀ ਨਾਮ ਦੇਈਦਾ ਵਾ? टॉर्क ਇਹਨਾਂ ਦਾ r ਕ੍ਰਾਸ f ਮੇਰਾ ਟਾਰਕ ਆ ਜਾਏਗਾ, ਉਹਨੂੰ ਡਿਫਾਈਨ ਕਰ ਦੋ। ਬਟ r ਵੈਕਟਰ ਕ੍ਰਾਸ f ਵੈਕਟਰ, ਆ ਸਾਰੀਆਂ ਚੀਜ਼ਾਂ ਆਪਾਂ ਇਸੇ ਇੱਕ ਲਾਈਨ 'ਚ ਖਤਮ ਕਰ ਸਕਦੇ, ਸਿਰਫ ਤੁਹਾਡੇ ਕਰਕੇ ਕਿ ਵੀ ਤੁਹਾਨੂੰ ਇਹ ਚੀਜ਼ਾਂ ਯਾਦ ਰਹਿਣ ਤਾਂ ਸਟੈਪ ਐਡ ਕਰੀ ਜਾਣਾ। ਸੋ r ਵੈਕਟਰ ਕ੍ਰਾਸ f ਵੈਕਟਰ ਮੇਰਾ ਟਾਰਕ ਵੈਕਟਰ ਆ ਜੂ ਤੇ देयरफॉर ਸਾਡਾ ਰਿਜ਼ਲਟ ਆ ਜਾਏਗਾ ਟਾਰਕ ਇਕੁਅਲ ਟੂ dl/dt। ਤੇ ਆ ਮੇਰੇ ਕੋਲ ਜਿਹੜਾ ਟਾਰਕ ਦਾ ਤੇ ਐਂਗੂਲਰ ਮੋਮੈਂਟਮ ਦਾ ਰਿਲੇਸ਼ਨ ਆ ਜਾਏਗਾ। ਕੀ ਕਲੀਅਰ ਆ? yes Yes, sir. Yes, sir. ਧਿਆਨ ਰੱਖੋ ਪੇਪਰ 'ਚ ਜਦੋਂ ਤੁਹਾਡੇ ਕੋਲ ਰਿਲੇਸ਼ਨ ਬਿਟਵੀਨ ਟਾਰਕ ਐਂਡ ਐਂਗੂਲਰ ਮੋਮੈਂਟਮ ਆਣਾ, ਜਿਹੜਾ ਆਪਾਂ ਕੱਲ ਟੌਪਿਕ ਕੀਤਾ ਸੀਗਾ ਐਂਗੂਲਰ ਮੋਮੈਂਟਮ ਜਦੋਂ ਸ਼ੁਰੂ ਕੀਤਾ ਕੱਲ ਵਾਲਾ ਪਹਿਲਾ ਟੌਪਿਕ, ਉਹ 'ਚ ਵੀ ਟਾਰਕ ਇਕੁਅਲ ਟੂ dl/dt ਆਪਾਂ ਲਾਸਟ ਪ੍ਰੂਵ ਕੀਤਾ ਹੋਇਆ, ਠੀਕ ਹੈ। ਪਰ ਜੇ ਪੇਪਰ 'ਚ ਟੌਪਿਕ ਰਿਲੇਸ਼ਨ ਬਿਟਵੀਨ ਟਾਰਕ ਐਂਡ ਐਂਗੂਲਰ ਮੋਮੈਂਟਮ ਆਇਆ, ਠੀਕ ਹੈ, ਤੇ ਹਮੇਸ਼ਾ ਆਹੀ ਵਾਲੀ ਡੈਰੀਵੇਸ਼ਨ ਉੱਤੇ ਅਸੀਂ ਕਰਨੀ ਹੈ। ਕਲੀਅਰ ਇੰਨੀ ਗੱਲ? yes Yes, sir. ਚਲੋ ਇੱਕ ਟੌਪਿਕ ਬੋਲ ਰਿਹਾ, ਨੋਟ ਕਰ ਲਓ ਜਿਹੜਾ ਤੋਂ ਨਹੀਂ ਹੈਗਾ, ਠੀਕ ਹੈ। ਉਹ ਟੌਪਿਕ ਕਿਹੜਾ ਵਾ ਨੋਟ ਕਰੋ।